ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਡੂੰਘੀਆਂ ਸਿਖਰਾਂ ਭਾਗ 17ਵਾਂ ਵਿੱਦਿਆ ਅਤੇ ਵਿਦਿਆਰਥੀ। ਜੇ ਕਿਸੇ ਅਨਪੜ੍ਹ ਨੂੰ ਪੁੱਛੋ ਕਿਸ ਗੱਲ ਦਾ ਪਛਤਾਵਾ ਹੈ ਤਾਂ ਉਹ ਇਹੀ ਕਹੇਗਾ ਕਿ ਪੜ੍ਹਿਆ ਨਹੀਂ ਹੋਇਆ। ਵਿੱਦਿਆ ਨੇ ਅਜੇ ਤੱਕ ਕਿਸੇ ਦਾ ਨੁਕਸਾਨ ਨਹੀਂ ਕੀਤਾ। ਵਿੱਦਿਆ ਦਾ ਮੁੱਖ ਉਦੇਸ਼ ਸਾਨੂੰ ਗਿਆਨ ਦੇਣਾ ਵੀ ਹੈ ਅਤੇ ਸਾਨੂੰ ਆਪਣੀ ਅਗਿਆਨਤਾ ਤੋਂ ਜਾਣੂ ਕਰਵਾਉਣਾ ਵੀ ਹੈ। ਨਵਾਂ ਜਾਣਨ ਦੀ ਜਗਿਆਸਾ ਦਾ ਨਾਂ ਵਿੱਦਿਆ ਹੈ। ਵਿੱਦਿਆ ਨਾਲ ਮਨੁੱਖ ਮੋਮਬੱਤੀ ਤੋਂ ਮਸ਼ਾਲ ਬਣ ਜਾਂਦਾ ਹੈ ਅਤੇ ਜਿਉਂ-ਜਿਉਂ ਕੋਈ ਪੜ੍ਹਦਾ ਜਾਂਦਾ ਹੈ ਤਿਉਂ-ਤਿਉਂ ਉਹ ਦਰੱਖਤ ਵਾਂਗ ਵਧਣ ਦੇ ਨਾਲ ਫੈਲਦਾ ਵੀ ਜਾਂਦਾ ਹੈ। ਪੜ੍ਹੇ ਲਿਖੇ ਵਿਅਕਤੀ ਦਾ ਸੁਭਾਅ ਇੱਕ ਵੱਡੇ ਦਰੱਖਤ ਵਾਲਾ ਹੁੰਦਾ ਹੈ। ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਚੁੱਪ ਕਰਕੇ ਬਹਿਣ ਲਈ ਕਿਹਾ ਜਾਂਦਾ ਹੈ ਤਾਂ ਕਿ ਉਹ ਜਲਦੀ ਬੋਲਣਾ ਸਿੱਖ ਜਾਣ। ਬੋਲਣ ਦੇ ਅਰਥ ਗੱਲਬਾਤ ਤੋਂ ਹਨ। ਗੱਲਬਾਤ ਇਸ ਲਈ ਜੀਵਨ ਦਾ ਸ਼ਿੰਗਾਰ ਹੁੰਦੀ ਹੈ ਕਿਉਂਕਿ ਇਸ ਰਾਹੀਂ ਸਾਡੀ ਯੋਗਤਾ ਪ੍ਰਗਟ ਹੁੰਦੀ ਹੈ। ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਦੂਜਿਆਂ ਦੇ ਵਿਚਾਰਾਂ ਅਤੇ ਸੰਕਲਪਾਂ ਨੂੰ ਸੁਣਨਾ, ਸਮਝਣਾ ਅਤੇ ਗ੍ਰਹਿਣ ਕਰਨਾ ਸਿਖਾਇਆ ਜਾਂਦਾ ਹੈ। ਅਸੀਂ ਸੁਣੇ ਪੜ੍ਹੇ ਵਿਚਾਰਾਂ ਅਨੁਸਾਰ ਆਪਣੀ ਰਾਏ ਉਸਾਰਦੇ ਅਤੇ ਪ੍ਰਤੀਕਰਮ ਪ੍ਰਗਟਾਉਂਦੇ ਹਾਂ। ਯੂਨੀਵਰਸਿਟੀ ਵਿੱਚ ਯਤਨ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਬੋਲਣ ਅਤੇ ਸੁਣਨ ਦੇ ਨਾਲ ਸੋਚਣ ਵੀ ਲੱਗ ਜਾਣ। ਇੱਥੇ ਵਿਦਿਆਰਥੀਆਂ ਨੂੰ ਸਾਂਝਾ ਉਸਾਰਨ ਅਤੇ ਵਖਰੇਵਿਆਂ ਨੂੰ ਸਹਿਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋਚਣ ਦਾ ਕਾਰਜ ਪੜ੍ਹਨ ਸੁਣਨ ਨਾਲੋਂ ਔਖਾ ਹੁੰਦਾ ਹੈ। ਜੇ ਸੋਚਣ ਦੀ ਯੋਗਤਾ ਨਾ ਹੋਵੇ ਤਾਂ ਇਹ ਆਦਤ ਯੂਨੀਵਰਸਿਟੀ ਵੀ ਨਹੀਂ ਪਾ ਸਕਦੀ। ਸੋਚਣ ਤੋਂ ਬਿਨਾਂ ਨਵੇਂ ਵਿਚਾਰ ਨਹੀਂ ਉਪਜਦੇ ਅਤੇ ਸਮਾਜ ਜਿੱਥੇ ਹੁੰਦਾ ਹੈ ਉੱਥੇ ਹੀ ਘੁੰਮੀ ਜਾਂਦਾ ਹੈ, ਅੱਗੇ ਨਹੀਂ ਵੱਧਦਾ। ਯੂਰਪ ਦੀ ਉੱਨਤੀ ਦਾ ਕਾਰਨ ਇਹ ਹੈ ਕਿ ਯੂਰਪ ਨੇ ਸਭ ਵਿਚਾਰਾਂ ਨੂੰ ਸੁਣਿਆ, ਵਿਰੋਧੀ ਵਿਚਾਰਾਂ ਨੂੰ ਵਧੇਰੇ ਧਿਆਨ ਨਾਲ ਸੁਣਿਆ ਅਤੇ ਜਿੱਥੇ ਲੋੜ ਪਈ ਉੱਥੇ ਆਪਣੀ ਸੋਚ ਨਾਲ ਵਿਰੋਧ ਕੀਤਾ। ਯੂਰਪ ਵਿੱਚ ਇਹ ਕਦੇ ਨਹੀਂ ਵਾਪਰਿਆ ਕਿ ਕਿਸੇ ਨੇ ਔਰੰਗਜ਼ੇਬ ਵਾਂਗ ਭਰਾਵਾਂ ਨੂੰ ਮਾਰ ਕੇ ਅਤੇ ਪਿਓ ਨੂੰ ਕੈਦ ਕਰਕੇ ਗੱਦੀ ਮੱਲੀ ਹੋਵੇ। ਸੋਚਣ ਦੀ ਯੋਗਤਾ ਨਾਲ ਅਸੀਂ ਕਿਸੇ ਸਮੱਸਿਆ ਨੂੰ ਸੰਕਟ ਬਣਨ ਤੋਂ ਪਹਿਲਾਂ ਪਛਾਣ ਲੈਂਦੇ ਹਾਂ। ਅਧਿਆਪਕ ਉਸ ਗਿਆਨ ਨੂੰ ਪਛਾਣਦੇ ਹਨ ਜਿਸ ਦੀ ਸਾਨੂੰ ਲੋੜ ਹੁੰਦੀ ਹੈ। ਅਧਿਆਪਕਾਂ ਦੇ ਹੱਥਾਂ ਵਿੱਚ ਵਿਦਿਆਰਥੀ ਕੱਚੀ ਮਿੱਟੀ ਤੋਂ ਭਾਂਤ-ਭਾਂਤ ਦੇ ਬਰਤਨ ਬਣ ਜਾਂਦੇ ਹਨ। ਜਿਹੜਾ ਅਧਿਆਪਕ ਵਿਦਿਆਰਥੀਆਂ ਨੂੰ ਚੰਗਾ ਲੱਗਦਾ ਹੈ ਉਸ ਦੇ ਵਿਸ਼ੇ ਨੂੰ ਸਮਝਣ ਵਿੱਚ ਔਖ ਨਹੀਂ ਹੁੰਦੀ। ਚੰਗੇ ਅਧਿਆਪਕ ਦੀ ਜੇ ਕਿਸੇ ਟਾਹਣੀ ਵਿੱਚ ਗੱਲ ਚੱਲ ਪਵੇ ਤਾਂ ਮੁੱਕਣ ਵਿੱਚ ਹੀ ਨਹੀਂ ਆਉਂਦੀ। ਜੇ ਕਿਸੇ ਨੂੰ ਇੱਕ ਚੰਗੇ ਅਧਿਆਪਕ ਦੀ ਲੋੜ ਹੁੰਦੀ ਹੈ, ਪਲੇਟੋ ਦਾ ਅਧਿਆਪਕ ਸੁਕਰਾਤ ਸੀ, ਵਿਵੇਕਾਨੰਦ ਦਾ ਅਧਿਆਪਕ ਸਵਾਮੀ ਰਾਮ ਤੀਰਥ ਸੀ। ਇਹਨਾਂ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਪ੍ਰਸਿੱਧ ਕੀਤੇ ਸਨ। ਅਧਿਆਪਕ ਉਹੀ ਯਾਦ ਰਹਿੰਦੇ ਹਨ ਜਿਨ੍ਹਾਂ ਨੇ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਦੱਸੀਆਂ ਹੁੰਦੀਆਂ ਹਨ ਅਤੇ ਜ਼ਿੰਦਗੀ ਦੇ ਫਾਰਮੂਲੇ ਸਮਝਾਏ ਹੁੰਦੇ ਹਨ। ਵਿਦਵਾਨ ਅਧਿਆਪਕਾਂ ਨੂੰ ਸੁਣ ਕੇ ਗਿਆਨ ਦੀ ਭੁੱਖ ਜਾਗਦੀ ਹੈ। ਮੇਰੇ ਇੱਕ ਪਿਆਰੇ ਅਧਿਆਪਕ ਸਨ ਜਿਨ੍ਹਾਂ ਦੀਆਂ ਗੱਲਾਂ ਅਤੇ ਦਲੀਲਾਂ ਇਤਨੀਆਂ ਨਵੀਆਂ ਅਤੇ ਮੌਲਿਕ ਹੁੰਦੀਆਂ ਸਨ ਕਿ ਸ਼ੁਰੂ ਵਿੱਚ ਸਾਨੂੰ ਉਹ ਗਲਤ ਹੀ ਨਹੀਂ ਝੂਠੀਆਂ ਵੀ ਜਾਪਦੀਆਂ ਸਨ, ਪਰ ਉਹਨਾਂ ਦਾ ਸੱਚ ਹੌਲੀ-ਹੌਲੀ ਉਘੜਦਾ ਰਹਿੰਦਾ ਸੀ। ਉਹਨਾਂ ਨੇ ਹੀ ਦੱਸਿਆ ਸੀ ਕਿ ਗਿਆਨ ਦੀਆਂ ਸਾਰੀਆਂ ਸ਼ਾਖਾਵਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਸੀ, ਵੇਖਣ ਨੂੰ ਲੱਗਦਾ ਹੈ ਕਿ ਧਰਮ ਅਤੇ ਵਿਗਿਆਨ ਇੱਕ ਦੂਜੇ ਦੇ ਵਿਰੋਧੀ ਹਨ, ਪਰ ਧਿਆਨ ਨਾਲ ਵੇਖਿਆ ਇਹ ਵੀ ਜੁੜੇ ਹੋਏ ਹਨ ਕਿਉਂਕਿ ਧਰਮ ਅਤੇ ਵਿਗਿਆਨ ਦੋਹਾਂ ਦਾ ਸੰਬੰਧ ਮਨੁੱਖ ਦੇ ਭਵਿੱਖ ਨਾਲ ਹੈ। ਦੋਵੇਂ ਮਨੁੱਖ ਲਈ ਸਵਰਗ ਦੀ ਕਲਪਨਾ ਕਰਦੇ ਹਨ। ਧਰਮ ਇਸ ਧਰਤੀ ਤੋਂ ਪਰੇ ਦੇ ਸਵਰਗ ਦੀ ਅਤੇ ਵਿਗਿਆਨ ਇਸ ਧਰਤੀ ਉੱਤੇ ਹੀ ਸਵਰਗ ਉਸਾਰਨ ਦੀ ਗੱਲ ਕਰਦਾ ਹੈ। ਇੱਕ ਕੁਦਰਤ ਨੂੰ ਪੂਜਦਾ ਹੈ, ਦੂਜਾ ਕੁਦਰਤ ਨੂੰ ਖੋਜਦਾ ਹੈ।
ਇੱਕ ਹੋਰ ਪ੍ਰੋਫੈਸਰ ਸਨ, ਉਹ ਕਿਹਾ ਕਰਦੇ ਸਨ, ਭਾਵੇਂ ਗੁੱਸਾ ਹੋਵੇ, ਭਾਵੇਂ ਮੰਦਾ ਬੋਲੋ, ਪਰ ਰਹੇ ਤਰਜੀਬ ਦੇ ਘੇਰੇ ਵਿੱਚ ਅਤੇ ਧਿਆਨ ਰੱਖੋ ਕਿ ਗਾਲਾਂ ਕੱਢਣ ਵੇਲੇ ਵੀ ਵਿਆਕਰਣ ਠੀਕ ਹੋਵੇ। ਉਹਨਾਂ ਦੀ ਵਿਸ਼ਾਲ ਸੋਚਣੀ ਸਾਹਮਣੇ ਸਾਨੂੰ ਖੁੱਲ੍ਹੀ ਯੂਨੀਵਰਸਿਟੀ ਵੀ ਭੀੜੀ ਲੱਗਦੀ ਸੀ। ਉਹ ਵਿਸ਼ਵ ਦੇ ਸੰਦਰਭ ਵਿੱਚ ਸੋਚਦੇ ਸਨ। ਉਹਨਾਂ ਤੋਂ ਸਾਨੂੰ ਗਿਆਨ ਹੋਇਆ ਕਿ ਯੂਨੀਵਰਸਿਟੀ ਦੇ ਅਰਥ ਕੀ ਹੁੰਦੇ ਹਨ। ਉਹਨਾਂ ਨੂੰ ਸੁਣ ਕੇ ਅਸੀਂ ਸੋਚਦੇ ਸਾਂ ਕਿ ਉਹ ਕਿਹੜੀਆਂ ਕਿਤਾਬਾਂ ਪੜ੍ਹਦੇ ਹੋਣਗੇ, ਕਿਉਂਕਿ ਗਿਆਨ ਉੱਤੇ ਉਹਨਾਂ ਦੀ ਪਕੜ ਬੜੀ ਭੀੜੀ ਸੀ। ਵਿੱਦਿਆ ਨਾਲ ਮਨੁੱਖ ਦੀ ਜੀਵਨ ਦੇ ਹਰ ਵਰਤਾਰੇ ਉੱਤੇ ਪਕੜ ਭੀੜੀ ਹੋ ਜਾਂਦੀ ਹੈ, ਕਿਉਂਕਿ ਵਿੱਦਿਆ ਜ਼ਿੰਦਗੀ ਦੇ ਉਹਨਾਂ ਰੰਗਾਂ, ਭੇਤਾਂ, ਅਰਥਾਂ ਆਦਿ ਨੂੰ ਜਾਣਨ ਦਾ ਵਸੀਲਾ ਹੁੰਦੀ ਹੈ ਜਿਹੜੇ ਉਂਝ ਸਾਡੀ ਪਕੜ ਵਿੱਚ ਨਹੀਂ ਆਉਂਦੇ। ਮਨੁੱਖ ਉਸ ਦਿਨ ਬਾਂਦਰ ਨਹੀਂ ਸੀ ਰਿਹਾ ਜਿਸ ਦਿਨ ਉਸਨੇ ਕਿਤਾਬ ਫੜ ਲਈ ਸੀ। ਬਾਂਦਰ ਨੂੰ ਕਿਤਾਬ ਦਿਓ, ਝੱਟ ਪਾੜ ਦੇਵੇਗਾ। ਬਾਂਦਰਾਂ ਅਤੇ ਮਨੁੱਖਾਂ ਵਿਚਕਾਰ ਅੰਤਰ ਕਿਤਾਬ ਨੂੰ ਪਾੜਨ ਅਤੇ ਪੜ੍ਹਨ ਦਾ ਹੈ। ਵਿਦਿਅਕ ਸੰਸਥਾਵਾਂ ਵਿੱਚ ਕਿਤਾਬਾਂ ਰਾਹੀਂ ਮੁੱਖ ਤੌਰ 'ਤੇ ਸਮਝਣ, ਬੋਲਣ, ਪੜ੍ਹਨ, ਲਿਖਣ ਦਾ ਅਨੁਸ਼ਾਸਨ ਅਤੇ ਸੰਜਮ ਸਿਖਾਇਆ ਜਾਂਦਾ ਹੈ। ਜੇ ਵਿਦਿਆਰਥੀ ਅਨੁਸ਼ਾਸਨ ਅਤੇ ਸੰਜਮ ਨਾ ਸਿੱਖਣ ਤਾਂ ਕੁਝ ਵੀ ਸਿੱਖਣ ਦਾ ਕੋਈ ਲਾਭ ਨਹੀਂ ਹੁੰਦਾ। ਮਨੁੱਖ ਨੂੰ ਮੁੱਢਲਾ ਗਿਆਨ ਆਪਣੇ ਘਰ ਪਰਿਵਾਰ ਤੋਂ, ਵਿਸ਼ਵ ਵਿਆਪੀ ਗਿਆਨ ਵਿਦਿਆ ਸੰਸਥਾਵਾਂ ਤੋਂ ਅਤੇ ਵਿਹਾਰਕ ਗਿਆਨ ਸੰਸਾਰ ਤੋਂ ਪ੍ਰਾਪਤ ਹੁੰਦਾ ਹੈ। ਗਿਆਨ ਪ੍ਰਾਪਤੀ ਦਾ ਕਾਰਜ ਸਾਰਾ ਜੀਵਨ ਚੱਲਦਾ ਹੈ ਅਤੇ ਇਹ ਭਾਵਕਤਾ ਤੋਂ ਬੌਧਿਕਤਾ ਵੱਲ, ਵਿਖਾਵੇ ਤੋਂ ਸਾਦਗੀ ਵੱਲ, ਜੋਸ਼ ਤੋਂ ਹੋਸ਼ ਵੱਲ, ਬੋਲਣ ਤੋਂ ਚੁੱਪ ਵੱਲ, ਲੈਣ ਤੋਂ ਦੇਣ ਵੱਲ ਚੱਲਦਾ ਹੈ। ਕੋਈ ਵੀ ਜਮਾਂਦਰੂ ਲਾਇਕ ਨਹੀਂ ਹੁੰਦਾ, ਨਾ ਹੀ ਕੋਈ ਆਪਣੇ ਵਿਦਵਾਨ, ਨਾ ਕੋਈ ਆਪੇ ਵਿਦਵਾਨ ਬਣ ਜਾਂਦਾ ਹੈ, ਨਾ ਹੀ ਕੋਈ ਦੇਸ਼ ਆਪੇ ਖੁਸ਼ਹਾਲ ਬਣਦਾ ਹੈ। ਇਹ ਗੁਣ ਯਤਨ ਨਾਲ, ਪੜ੍ਹਨ ਨਾਲ ਹੋਂਦ ਵਿੱਚ ਆਉਂਦੇ ਹਨ। ਜਿਵੇਂ ਜਵਾਨਾਂ ਨੂੰ ਜ਼ਿੰਮੇਵਾਰ ਬਣਾਉਣ ਲਈ ਬਜ਼ੁਰਗਾਂ ਦਾ ਇਸ ਸੰਸਾਰ ਤੋਂ ਰਵਾਨਾ ਹੋਣਾ ਜ਼ਰੂਰੀ ਹੁੰਦਾ ਹੈ, ਉਵੇਂ ਹੀ ਨਵੇਂ ਵਿਚਾਰਾਂ ਲਈ ਥਾਂ ਬਣਾਉਣ ਵਾਸਤੇ ਥੱਕ ਚੁੱਕੇ ਵਿਚਾਰਾਂ ਨੂੰ ਵਿਦਾ ਕਰਨਾ ਲਾਜ਼ਮੀ ਹੁੰਦਾ ਹੈ। ਮੌਲਿਕਤਾ ਪਰੰਪਰਾ ਨੂੰ ਸੱਜਰਾ ਰੱਖਦੀ ਹੈ। ਮੌਲਿਕਤਾ ਤੋਂ ਬਿਨਾਂ ਪਰੰਪਰਾ ਬੋਝ ਬਣ ਜਾਂਦੀ ਹੈ। ਜਦੋਂ ਜਾਤ ਪਾਤ ਵਿੱਚ ਮੌਲਿਕਤਾ ਸੀ ਤਾਂ ਲੁਹਾਰਾਂ ਤਰਖਾਣਾਂ ਨੇ ਕਮਾਲ ਦੀ ਕਲਾ ਦੇ ਨਮੂਨੇ ਸਿਰਜੇ ਸਨ। ਉਹ ਕਲਾਕਾਰ ਸਨ, ਪਰ ਜਦੋਂ ਮੌਲਿਕਤਾ ਮੁੱਕ ਗਈ ਤਾਂ ਜਾਤ ਪਾਤ ਬੋਝ ਬਣਨ ਕਰਕੇ ਨਿੰਦਣਯੋਗ ਹੋ ਗਈ। ਛਾਪੇ ਖਾਨੇ ਨੇ ਸ਼ਹਿਰੀ ਸੱਭਿਅਤਾ ਦੀ ਨੀਂਹ ਰੱਖੀ ਹੈ ਅਤੇ ਵਿਦਿਆ ਦੇ ਪੱਖੋਂ ਛਾਪੇਖਾਨੇ ਨੇ ਪਰੰਪਰਾਵਾਂ, ਰਸਮਾਂ, ਰੀਤੀ ਆਦਿ ਦੇ ਪ੍ਰਭਾਵਾਂ ਅਧੀਨ ਉਪਰਾਮ, ਉਦਾਸ ਅਤੇ ਥੱਕੇ ਹੋਏ ਸਮਾਜਾਂ ਨੂੰ ਮੁੜ ਜਵਾਨ ਕਰਕੇ ਵਿਕਾਸ ਦੇ ਰਾਹ ਪਾਇਆ ਹੈ। ਭਾਰਤ ਦੀ ਮਹਿਮਾ ਇਸ ਕਰਕੇ ਹੈ ਕਿਉਂਕਿ ਭਾਰਤ ਨੇ ਸਦੀਵੀ ਅਤੇ ਡੂੰਘੇ ਪ੍ਰਸ਼ਨਾਂ ਦੇ ਡੂੰਘੇ ਅਤੇ ਸਦੀਵੀ ਉੱਤਰ ਦਿੱਤੇ ਹਨ। ਜਿਹੜੇ ਪ੍ਰਸ਼ਨ ਸਾਡੇ ਗੁਰੂ ਕੁਲਾਂ, ਨਾਲੰਦਾ ਅਤੇ ਟੈਕਸਲਾਂ ਵਿੱਚ ਵਿਚਾਰੇ ਗਏ, ਉਹ ਵਿਸ਼ਵ ਵਿੱਚ ਹੋਰ ਕਿਧਰੇ ਨਹੀਂ ਵਿਚਾਰੇ ਗਏ। ਭਾਰਤ ਵਿੱਚ ਹਰ ਪ੍ਰਸ਼ਨ ਨੂੰ ਆਤਮਾ ਪਰਮਾਤਮਾ ਦੀ ਸਿਖਰ ਤੱਕ ਸੋਚਿਆ ਗਿਆ ਹੈ। ਪੁਰਾਤਨ ਭਾਰਤ ਵਿੱਚ ਅਧਿਆਪਕ ਨੂੰ ਰਿਸ਼ੀ ਕਿਹਾ ਜਾਂਦਾ ਸੀ। ਇੱਕ ਵਾਰੀ ਇੱਕ ਸ਼ਿਸ਼ ਨੇ ਪੁੱਛਿਆ, ਉਹ ਕਿਹੜੀ ਸ਼ਕਤੀ ਹੈ ਜਿਸ ਨਾਲ ਅਸੀਂ ਇੱਧਰ ਉੱਧਰ ਜਾਂਦੇ ਹਾਂ ਅਤੇ ਕਾਰਜ ਕਰਦੇ ਹਾਂ? ਰਿਸ਼ੀ ਨੇ ਕਿਹਾ, ਸੂਰਜ ਉਹ ਸ਼ਕਤੀ ਹੈ ਜਿਹੜੀ ਜੀਵਾਂ ਨੂੰ ਚਲਾਉਂਦੀ ਹੈ ਅਤੇ ਕਾਰਜਸ਼ੀਲ ਬਣਾਉਂਦੀ ਹੈ। ਸ਼ਿਸ਼ ਨੇ ਪੁੱਛਿਆ, ਜਦੋਂ ਸੂਰਜ ਨਹੀਂ ਹੁੰਦਾ ਤਾਂ ਉਦੋਂ ਜੀਵ ਕਿਵੇਂ ਕਾਰਜ ਕਰਦੇ ਹਨ? ਰਿਸ਼ੀ ਨੇ ਕਿਹਾ, ਉਦੋਂ ਜੀਵ ਚੰਦਰਮਾ ਦੀ ਰੌਸ਼ਨੀ ਨਾਲ ਕਾਰਜ ਸਾਧਦੇ ਹਨ। ਸ਼ਿਸ਼ ਨੇ ਪੁੱਛਿਆ, ਜਦੋਂ ਸੂਰਜ ਅਤੇ ਚੰਦਰਮਾ ਦੋਵੇਂ ਨਹੀਂ ਹੁੰਦੇ ਉਦੋਂ ਕਿਵੇਂ ਹੁੰਦਾ ਹੈ? ਤਾਂ ਰਿਸ਼ੀ ਨੇ ਕਿਹਾ, ਉਦੋਂ ਅਸੀਂ ਅੱਗ ਬਾਲ ਕੇ ਕਾਰਜ ਕਰਦੇ ਹਾਂ। ਜਦੋਂ ਅੱਗ ਬੁਝਾ ਦਿੱਤੀ ਜਾਂਦੀ ਹੈ ਤਾਂ ਅਸੀਂ ਬੋਲ ਕੇ ਕਾਰਜ ਕਰਦੇ ਹਾਂ ਅਤੇ ਬੋਲਣ ਨਾਲ ਦੂਜਿਆਂ ਨੂੰ ਪਛਾਣਦੇ ਹਾਂ। ਸ਼ਿਸ਼ ਨੇ ਪੁੱਛਿਆ, ਜਦੋਂ ਸੂਰਜ ਡੁੱਬ ਜਾਵੇ, ਮੱਸਿਆ ਦੀ ਰਾਤ ਹੋਵੇ, ਅੱਗ ਬੁਝ ਗਈ ਹੋਵੇ, ਚੁੱਪ ਪਸਰ ਗਈ ਹੋਵੇ, ਜੀਵ ਇਕੱਲਾ ਹੋਵੇ ਤਾਂ ਜੀਵ ਕਿਵੇਂ ਨਿਰਵਾਹ ਕਰਦੇ ਹਨ? ਰਿਸ਼ੀ ਨੇ ਕਿਹਾ, ਫਿਰ ਅਸੀਂ ਅੰਦਰਲੇ ਸਰੋਤਾਂ ਨਾਲ, ਮਨ ਦੇ ਬਲ ਨਾਲ, ਬੁੱਧੀ ਦੀ ਸ਼ਕਤੀ ਨਾਲ ਅਤੇ ਅੰਤ ਵਿੱਚ ਆਤਮਾ ਦੀ ਰੌਸ਼ਨੀ ਨਾਲ ਕਾਰਜ ਕਰਦੇ ਹਾਂ।
ਇਸ ਉਪਰੰਤ ਕਿਸੇ ਹੋਰ ਰੌਸ਼ਨੀ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਆਤਮਾ ਪਰਦੇ ਵਾਂਗ ਹੈ ਜਿਸ ਉੱਤੇ ਭਾਂਤ-ਭਾਂਤ ਦੇ ਵਿਚਾਰ ਅਤੇ ਪਰਛਾਵੇਂ ਉਪਜਦੇ ਹਨ। ਜਦੋਂ ਹੜ੍ਹ ਆਉਂਦਾ ਹੈ, ਆਤਮਾ ਦਾ ਪਰਦਾ ਗਿੱਲਾ ਨਹੀਂ ਹੁੰਦਾ। ਜਦੋਂ ਅੱਗ ਦਾ ਦ੍ਰਿਸ਼ ਉੱਭਰਦਾ ਹੈ ਤਾਂ ਇਹ ਪਰਦਾ ਸੜਦਾ ਨਹੀਂ। ਆਤਮਾ ਸਭ ਕਾਰਜਾਂ ਵਿੱਚ ਭਾਗ ਲੈਂਦੀ ਹੈ, ਪਰ ਆਪ ਅਭਿੱਜ ਰਹਿੰਦੀ ਹੈ। ਅਜੋਕੇ ਯੁੱਗ ਵਿੱਚ ਅਸੀਂ ਡੂੰਘੇ ਪ੍ਰਸ਼ਨ ਪੁੱਛਦੇ ਨਹੀਂ, ਇਸੇ ਲਈ ਅਸੀਂ ਡੂੰਘੇ ਗਿਆਨ ਨੂੰ ਨਹੀਂ ਅਪੜਦੇ। ਬੁੱਧ ਡੂੰਘੇ ਗਿਆਨ ਨੂੰ ਅਪੜਿਆ ਸੀ। ਜਦੋਂ ਬੁੱਧ ਨੂੰ ਗਿਆਨ ਹੋ ਗਿਆ ਤਾਂ ਸ਼ਰਧਾਲੂਆਂ ਨੇ ਪੁੱਛਿਆ, ਸਾਨੂੰ ਦੱਸੋ, ਤੁਸੀਂ ਭਗਵਾਨ ਹੋ ਕਿ ਗੁਰੂ ਹੋ? ਦੇਵਤਾ ਹੋ ਜਾਂ ਸੰਤ ਹੋ? ਬੁੱਧ ਨੇ ਇਤਨਾ ਹੀ ਕਿਹਾ ਸੀ, ਮੈਂ ਜਾਗ ਪਿਆ ਹਾਂ। ਵਿਦਿਆ ਦਾ ਉਦੇਸ਼ ਜਾਗਣਾ ਹੈ। ਭਾਰਤ ਵਿੱਚ ਸਵਾਮੀ, ਸਾਧੂ, ਰਿਸ਼ੀ ਮੁਨੀ ਆਦਿ ਗਿਆਨ ਦੇ ਪੜਾਅ ਹਨ ਅਤੇ ਸੰਤ, ਗੁਰੂ, ਮਹਾਤਮਾ ਆਦਿ ਗਿਆਨ ਦੀਆਂ ਸਿਖਰਲੀਆਂ ਪੌੜੀਆਂ ਦੇ ਨਾਂ ਹਨ। ਭਾਰਤ ਵਿੱਚ ਮਹਾਤਮਾ ਦੀ ਪਦਵੀ ਬੜੀ ਮਹੱਤਵਪੂਰਨ ਹੈ। ਮਹਾਤਮਾ ਬੁੱਧ ਤੋਂ ਮਗਰੋਂ ਗਾਂਧੀ ਜੀ ਨੂੰ ਮਹਾਤਮਾ ਬਣਨ ਲਈ 2500 ਸਾਲ ਲੱਗੇ ਸਨ। ਜਿਤਨਾ ਗੂੜਾ, ਗੰਭੀਰ ਅਤੇ ਡੂੰਘਾ ਚਿੰਤਨ ਬੁੱਧ ਨੇ ਕੀਤਾ ਸੀ, ਉਤਨਾ ਹੀ ਵਿਸ਼ਾਲ ਚਿੰਤਨ ਅਜੋਕੇ ਯੁੱਗ ਵਿੱਚ ਮਾਰਕਸ ਨੇ ਕੀਤਾ ਹੈ। ਮਾਰਕਸ ਸਮਾਜਵਾਦ ਦਾ ਬੁੱਧ ਹੈ। ਬੁੱਧ ਅਤੇ ਮਾਰਕਸ ਦੋਹਾਂ ਨੇ ਸਮੁੱਚੇ ਸੰਸਾਰ ਦੇ ਸੰਦਰਭ ਵਿੱਚ ਸੋਚਿਆ ਹੈ। ਬੁੱਧ ਨੇ ਬੁੱਧੀ ਨਾਲ ਨਿਮਰਤਾ ਜੋੜੀ ਹੈ ਅਤੇ ਖਿਮਾ ਦਾ ਗੁਣ ਉਜਾਗਰ ਕੀਤਾ, ਪਰ ਮਾਰਕਸ ਨੇ ਬੁੱਧੀ ਨਾਲ ਵਿਰੋਧ ਜੋੜ ਕੇ ਹਿੰਸਾ ਵਧਾਈ ਹੈ। ਬੁੱਧ ਸੰਸਾਰ ਦਾ ਪਹਿਲਾ ਤੇਜਸਵੀ ਚਿੰਤਕ ਸੀ। ਸੁਕਰਾਤ ਸੰਸਾਰ ਦਾ ਪਹਿਲਾ ਮਹਾਨ ਅਧਿਆਪਕ ਸੀ। ਪਲੇਟੋ ਸੰਸਾਰ ਦਾ ਪਹਿਲਾ ਆਦਰਸ਼ ਵਿਦਿਆਰਥੀ ਸੀ। ਮਾਰਕਸ ਸੰਸਾਰ ਦਾ ਪਹਿਲਾ ਵਿਹਾਰਕ ਫਿਲਾਸਫਰ ਸੀ। ਇਹ ਸਾਰੇ ਸੰਕਟਾਂ ਵਿੱਚੋਂ ਲੰਘ ਕੇ ਵਿਦਵਾਨ ਬਣੇ ਸਨ। ਹੁਣ ਵੀ ਜਦੋਂ ਯੂਰਪ ਵਿੱਚ ਕੋਈ ਸੰਕਟ ਉਪਜਦਾ ਹੈ ਤਾਂ ਯੂਰਪ ਯੂਨਾਨ ਵੱਲ ਵੇਖਦਾ ਹੈ। ਭਾਰਤ ਵਿੱਚ ਸੰਕਟ ਦੀ ਹਾਲਤ ਵਿੱਚ ਬੁੱਧ ਦੀ ਚਰਚਾ ਹੁੰਦੀ ਹੈ ਅਤੇ ਗੀਤਾ ਦਾ ਹਵਾਲਾ ਦਿੱਤਾ ਜਾਂਦਾ ਹੈ। ਗੀਤਾ ਵਿਸ਼ਵਾਸ ਆਧਾਰਿਤ ਨਹੀਂ, ਗੀਤਾ ਆਧਾਰਿਤ ਹੈ, ਗਿਆਨ ਆਧਾਰਿਤ ਹੈ। ਗੀਤਾ ਵਿਸ਼ਵਾਸ ਆਧਾਰਿਤ ਨਹੀਂ, ਗਿਆਨ ਆਧਾਰਿਤ ਹੈ। ਵਿਸ਼ਵਾਸ ਕਰਨ ਵਾਲੇ ਕੇਵਲ ਧਰਮ ਦੇ ਖੇਤਰ ਵਿੱਚ ਸਫਲ ਹੁੰਦੇ ਹਨ। ਬਾਕੀ ਖੇਤਰਾਂ ਵਿੱਚ ਵਿਸ਼ਵਾਸ ਦਾ ਕੋਈ ਮਹੱਤਵਪੂਰਨ ਰੋਲ ਨਹੀਂ ਹੈ। ਸਮਾਜ ਵਿੱਚ ਵੱਖ-ਵੱਖ ਕਿੱਤਿਆਂ ਦਾ ਮਹੱਤਵ ਇਸ ਆਧਾਰ ਤੇ ਉਸਰਦਾ ਹੈ ਕਿ ਉਸ ਕਿੱਤੇ ਵਿੱਚ ਲੱਗੇ ਲੋਕ ਦੂਜਿਆਂ ਲਈ ਕੀ ਕਰਦੇ ਹਨ। ਇਸੇ ਆਧਾਰ ਉੱਤੇ ਸਾਡੇ ਸਮਾਜ ਵਿੱਚ ਅਧਿਆਪਕ, ਡਾਕਟਰ ਅਤੇ ਫੌਜ ਦਾ ਮਹੱਤਵ ਵਕੀਲ, ਪੁਲਿਸ ਅਤੇ ਰਾਜਨੀਤੀ ਨਾਲੋਂ ਵਧੇਰੇ ਹੈ। ਅਮਰੀਕਾ ਵਿੱਚ ਅੱਗ ਬੁਝਾਉਣ ਵਾਲਿਆਂ ਦਾ ਮਹੱਤਵ ਸਭ ਤੋਂ ਉੱਚਾ ਹੈ, ਕਿਉਂਕਿ ਉਹ ਆਪ ਭਾਵੇਂ ਸੜ ਜਾਣ, ਕਿਸੇ ਨੂੰ ਝੁਲਸਣ ਨਹੀਂ ਦਿੰਦੇ। ਇਵੇਂ ਹੀ ਵਿਸ਼ਿਆਂ ਦਾ ਮਹੱਤਵ ਹੁੰਦਾ ਹੈ। ਫਿਲਾਸਫੀ, ਮੈਥਮੈਟਿਕਸ ਅਤੇ ਇਤਿਹਾਸ ਬੁਨਿਆਦੀ ਵਿਸ਼ੇ ਹਨ। ਫਿਲਾਸਫੀ ਸਦੀਵੀ ਸਮੱਸਿਆਵਾਂ ਸੰਬੰਧੀ ਚਿੰਤਨ ਕਰਦੀ ਹੈ। ਇਤਿਹਾਸ ਰਾਹੀਂ ਅਤੀਤ ਦੀ ਸਮਝ ਨਾਲ ਅਸੀਂ ਆਪਣਾ ਭਵਿੱਖ ਵਿਉਂਤਦੇ ਹਾਂ। ਮੈਥਮੈਟਿਕਸ ਨਾਲ ਵਿਗਿਆਨੀ ਦੱਸਦੇ ਹਨ ਕਿ ਕੁਦਰਤ ਚੱਲਦੀ ਕਿਵੇਂ ਹੈ। ਪੁਸਤਕਾਂ ਵੀ ਇਸ ਆਧਾਰ ਤੇ ਪੜ੍ਹੀਆਂ ਅਤੇ ਪ੍ਰਵਾਨ ਕੀਤੀਆਂ ਜਾਂਦੀਆਂ ਹਨ ਕਿ ਉਹ ਸਾਨੂੰ ਨਵੀਂ ਸੂਝ ਕਿਤਨੀ ਦਿੰਦੀਆਂ ਹਨ। ਸਾਹਿਤ ਸੰਬੰਧੀ ਪੁਸਤਕ ਕੋਈ ਹੋਵੇ, ਉਹ ਨੇਕੀ ਅਤੇ ਬਦੀ ਦਾ ਸੰਘਰਸ਼ ਪੇਸ਼ ਕਰਦੀ ਹੈ। ਕਲਾ ਸੰਬੰਧੀ ਪੁਰਾਣੀ ਤੋਂ ਪੁਰਾਣੀ ਅਤੇ ਵਿਗਿਆਨ ਸੰਬੰਧੀ ਨਵੀਨਤਮ ਪੁਸਤਕ ਪੜ੍ਹਨੀ ਚਾਹੀਦੀ ਹੈ। ਜਿੱਥੇ ਅਮੀਰੀ ਹੁੰਦੀ ਹੈ, ਉੱਥੇ ਕਲਾ ਅਤੇ ਸੰਗੀਤ ਹੁੰਦਾ ਹੈ। ਜਦੋਂ ਕਿ ਗਰੀਬ ਸਮਾਜਾਂ ਦੇ ਲੋਕਾਂ ਦਾ ਉਦੇਸ਼ ਕੇਵਲ ਪੈਸਾ ਕਮਾਉਣਾ ਹੁੰਦਾ ਹੈ, ਪੁਸਤਕਾਂ ਪੜ੍ਹਨਾ ਨਹੀਂ। ਚੰਗੀਆਂ ਪੁਸਤਕਾਂ ਸਾਨੂੰ ਨਵੇਂ ਅਤੇ ਸ਼ਕਤੀਸ਼ਾਲੀ ਵਿਚਾਰ ਦਿੰਦੀਆਂ ਹਨ। ਦਰਿਆਵਾਂ ਵਾਂਗ ਵਿਚਾਰ ਸਾਨੂੰ ਅੱਗੇ ਹੀ ਲੈ ਜਾ ਸਕਦੇ ਹਨ। ਕਿਸੇ ਸਮਾਜ ਵਿੱਚ ਉਪਜਣ ਵਾਲੀਆਂ ਪੁਸਤਕਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਮਾਜ ਕਿਹੋ ਜਿਹਾ ਹੈ ਅਤੇ ਕਿਤਨਾ ਕੁ ਸੁਤੰਤਰ ਹੈ। ਸੁਤੰਤਰ ਸਮਾਜ ਉਹ ਹੁੰਦਾ ਹੈ ਜਿੱਥੇ ਕੋਈ ਵਿਦਵਾਨ ਵਿਰੋਧੀ ਵਿਚਾਰ ਪ੍ਰਗਟਾ ਕੇ ਵੀ ਆਪਣੇ ਆਪ ਨੂੰ ਸੁਤੰਤਰ ਅਤੇ ਸੁਰੱਖਿਅਤ ਮਹਿਸੂਸ ਕਰੇ।
ਇਹ ਸੁਤੰਤਰਤਾ ਅਜੋਕੇ ਯੁੱਗ ਵਿੱਚ ਕੇਵਲ ਯੂਰਪ ਵਿੱਚ ਹੈ ਅਤੇ ਇਸ ਪੱਖ ਤੋਂ ਅਮਰੀਕਾ ਵੀ ਸੁਤੰਤਰ ਨਹੀਂ ਹੈ, ਜਿੱਥੇ ਲਾਇਕ ਜਾਂ ਵਿਰੋਧੀ ਹੋਣਾ ਖਤਰੇ ਤੋਂ ਖਾਲੀ ਨਹੀਂ ਹੈ। ਉਹੀ ਵਿਦਿਆਰਥੀ ਨਲਾਇਕ ਹੁੰਦੇ ਹਨ ਜਿਹੜੇ ਲਾਇਕ ਹੋਣ ਦਾ ਖਤਰਾ ਮੁੱਲ ਨਹੀਂ ਲੈਂਦੇ, ਅਤੇ ਲਾਇਕ ਉਹੀ ਬਣਦੇ ਹਨ ਜਿਹੜੇ ਨਲਾਇਕ ਹੋਣ ਤੋਂ ਇਨਕਾਰ ਕਰਦੇ ਹਨ। ਨਲਾਇਕ ਸਮਝਣ ਦੀ ਥਾਂ ਰਟਣ ਕਾਰਨ ਪੜ੍ਹਾਈ ਨੂੰ ਸਜ਼ਾ ਬਣਾ ਲੈਂਦੇ ਹਨ ਅਤੇ ਉਹ ਕੰਮ ਟਾਲਣ ਅਤੇ ਬਹਾਨੇ ਲਾਉਣ ਵਿੱਚ ਹੀ ਲਾਇਕ ਰਹਿੰਦੇ ਹਨ। ਵੇਖਿਆ ਗਿਆ ਹੈ ਕਿ ਯਾਤਰਾ ਵਿੱਚ ਨੀਂਦਰ ਟੁੱਟਦੇ ਰਹਿਣ ਕਾਰਨ ਕੇਵਲ 5 ਘੰਟੇ ਹੀ ਸੁੱਤਾ ਜਾਂਦਾ ਹੈ। ਵਪਾਰੀ 8 ਘੰਟੇ ਤੋਂ ਵੱਧ ਸੌਂ ਹੀ ਨਹੀਂ ਸਕਦੇ। ਲਾਇਕ ਵਿਦਿਆਰਥੀ ਲਗਭਗ 7 ਘੰਟੇ ਹੀ ਸੌਂਦੇ ਹਨ, ਜਦੋਂ ਕਿ ਨਲਾਇਕ ਤਾਂ 11 ਘੰਟੇ ਤੋਂ ਘੱਟ ਸੌਣ ਨਾਲ ਸਰਦਾ ਹੀ ਨਹੀਂ। ਨਲਾਇਕ ਇਮਤਿਹਾਨਾਂ ਤੋਂ ਨਹੀਂ, ਨਤੀਜਿਆਂ ਤੋਂ ਡਰਦੇ ਹਨ। ਆਤਮਘਾਤ ਨਤੀਜੇ ਉਪਰੰਤ ਹੀ ਕੀਤੇ ਜਾਂਦੇ ਹਨ। ਖੁੱਲ੍ਹੇ ਪੈਸਿਆਂ ਕਾਰਨ ਲਾਇਕ ਵੀ ਨਲਾਇਕ ਬਣ ਜਾਂਦੇ ਹਨ। ਜਿਹੜੇ ਪੜ੍ਹਦੇ ਹਨ ਉਹ ਭੈੜੇ ਕੰਮਾਂ ਤੋਂ ਬਚੇ ਰਹਿੰਦੇ ਹਨ, ਪਰ ਜਿਹੜੇ ਭੈੜੇ ਕੰਮ ਕਰਦੇ ਹਨ ਉਹ ਪੜ੍ਹਨ ਤੋਂ ਬਚਦੇ ਰਹਿੰਦੇ ਹਨ। ਜਿਵੇਂ ਅਦਾਲਤਾਂ ਵਿੱਚ ਬਜ਼ੁਰਗ ਜੱਜ ਅਤੇ ਫੌਜ ਵਿੱਚ ਦਰਸ਼ਨੀ ਜਵਾਨ ਫੱਬਦੇ ਹਨ, ਉਵੇਂ ਹੀ ਵਿਦਿਅਕ ਸੰਸਥਾਵਾਂ ਵਿੱਚ ਲਾਇਕ ਵਿਦਿਆਰਥੀ ਅਤੇ ਗਿਆਨ ਨਾਲ ਭਰੇ ਹੋਏ ਵਿਦਵਾਨ ਫੱਬਦੇ ਹਨ। ਗਿਆਨ ਦਾ ਬੋਝ ਨਹੀਂ ਹੁੰਦਾ, ਪ੍ਰਭਾਵ ਹੁੰਦਾ ਹੈ। ਗਿਆਨ ਦੇਣ ਵਾਲੇ ਅਤੇ ਲੈਣ ਵਾਲੇ ਦੋਹਾਂ ਦਾ ਬੋਝ ਘਟਾਉਂਦਾ ਹੈ। ਗਿਆਨ 2 ਪ੍ਰਕਾਰ ਦਾ ਹੁੰਦਾ ਹੈ, ਪੁਸਤਕਾਂ ਦਾ ਉਪਜਾਇਆ ਅਤੇ ਕਾਰਜਾਂ ਦਾ ਸਿਰਜਿਆ। ਗਿਆਨ ਦੀ ਭੁੱਖ ਤੋਂ ਬਿਨਾਂ ਕੋਈ ਵਿਦਿਆਰਥੀ ਨਹੀਂ ਬਣਦਾ, ਲੜਕਾ ਜਾਂ ਲੜਕੀ ਹੀ ਰਹਿੰਦੀ ਹੈ। ਆਪਣੇ ਲੰਮੇ ਅਧਿਆਪਕ ਦੇ ਅਨੁਭਵ ਦੇ ਆਧਾਰ ਉੱਤੇ ਮੈਂ ਵੇਖਿਆ ਹੈ ਕਿ ਵਿਦਿਆਰਥੀ 3 ਪ੍ਰਕਾਰ ਦੇ ਹੁੰਦੇ ਹਨ: ਜਾਗੇ ਹੋਏ, ਜਾਗ ਰਹੇ ਅਤੇ ਸੁੱਤੇ ਹੋਏ। ਜਾਗੇ ਹੋਇਆਂ ਨੂੰ ਲੱਭਦੇ ਹਨ। ਇਹ ਵੱਖਰੇਪਣ ਅਤੇ ਨਿਆਰੇਪਣ ਦੀ ਭਾਲ ਵਿੱਚ ਕਿਤਾਬਾਂ ਨੂੰ ਢੀਕ ਲਾ ਕੇ ਪੀ ਜਾਂਦੇ ਹਨ। ਜਾਗ ਰਹੇ ਕੁਝ ਜਾਗ ਲੱਗਣ ਉੱਤੇ ਜਾਗ ਪੈਂਦੇ ਹਨ, ਬਾਕੀ ਸੁੱਤਿਆਂ ਨੂੰ ਵੇਖ ਕੇ ਜਾਗਣ ਦੀ ਲੋੜ ਦੇ ਬਾਵਜੂਦ ਸੁੱਤੇ ਰਹਿੰਦੇ ਹਨ। ਤੀਜੀ ਕਿਸਮ ਦੇ ਉਹ ਹੋਣਹਾਰ ਵਿਦਿਆਰਥੀ ਹੁੰਦੇ ਹਨ ਜਿਹੜੇ ਸੁੱਤੇ ਹੋਏ ਹੀ ਵਿਦਿਆਰਥੀ ਲੱਗਦੇ ਹਨ। ਉਂਝ ਇਹ ਬੜੇ ਸਿਆਣੇ ਹੁੰਦੇ ਹਨ, ਪਰ ਦਾਖਲਾ ਲੈਂਦਿਆਂ ਹੀ ਮੂਰਖ ਬਣ ਜਾਂਦੇ ਹਨ। ਇਹ ਬੇਸੁਰੇ ਸਾਜ਼ਾਂ ਵਾਂਗ ਵੱਜਦੇ ਹਨ। ਇਹਨਾਂ ਗੁਬਾਰਿਆਂ ਵਿੱਚ ਹੋਰ ਹਵਾ ਨਹੀਂ ਭਰੀ ਜਾ ਸਕਦੀ। ਇਹ ਮੋਰੀ ਵਾਲੇ ਘੜੇ ਹੁੰਦੇ ਹਨ ਜਿਨ੍ਹਾਂ ਵਿੱਚ ਕੁਝ ਵੀ ਸਾਂਭਣ ਦੀ ਸਮਰੱਥਾ ਨਹੀਂ ਹੁੰਦੀ। ਇਹ ਸਾਬਤ ਕਰ ਦਿੰਦੇ ਹਨ ਕਿ ਸਿਆਣਪ ਤੋਂ ਬਿਨਾਂ ਚੁੱਪ ਰਹਿਣਾ ਸੰਭਵ ਨਹੀਂ ਹੁੰਦਾ। ਵਿਦਿਅਕ ਸੰਸਥਾਵਾਂ ਵਿੱਚ ਸਾਡੇ ਗੁਣ ਦੋਸ਼ ਦੋਵੇਂ ਉਗੜ ਆਉਂਦੇ ਹਨ। ਇੱਥੇ ਮੂਰਖ ਹੋਣ ਦਾ ਨਾਟਕ ਤਾਂ ਚੱਲ ਜਾਂਦਾ ਹੈ, ਪਰ ਸਿਆਣੇ ਹੋਣ ਦਾ ਪਖੰਡ ਬਿਲਕੁਲ ਨਹੀਂ ਚੱਲਦਾ। ਮੂਰਖਾਂ ਅਤੇ ਨਲਾਇਕਾਂ ਵਿੱਚ ਅੰਤਰ ਇਹ ਹੁੰਦਾ ਹੈ ਕਿ ਨਲਾਇਕ ਕੁਝ ਚਿਰ ਆਰਾਮ ਵੀ ਕਰਦੇ ਹਨ। ਕਈ ਅਧਿਆਪਕ ਵੀ ਅਧਿਆਪਕਾਂ ਵਜੋਂ ਬੜੀਆਂ ਸਿਆਣੀਆਂ ਗੱਲਾਂ ਕਰਦੇ ਹਨ, ਪਰ ਪ੍ਰਿੰਸੀਪਲ ਜਾਂ ਮੁਖੀ ਲੱਗਦਿਆਂ ਹੀ ਮੂਰਖਾਂ ਵਾਲਾ ਵਿਹਾਰ ਕਰਨ ਲੱਗ ਪੈਂਦੇ ਹਨ। ਵਿਦਿਆ ਦਾ ਉਦੇਸ਼ ਮੂਰਖਾਂ ਦੀ ਮੂਰਖਤਾ ਨੂੰ ਰੋਕਣਾ ਵੀ ਹੁੰਦਾ ਹੈ, ਨਹੀਂ ਤਾਂ ਮੂਰਖਤਾ ਸਮਾਜ, ਦੇਸ਼ ਅਤੇ ਮੂਰਖਤਾ ਲਈ ਵੀ ਇੱਕ ਖਤਰਾ ਬਣ ਜਾਂਦੀ ਹੈ। ਵਿਦਵਾਨ ਅਧਿਆਪਕ ਦਾ ਗਿਆਨ ਖੀਮਾ ਦੀ ਭਾਵਨਾ ਵਾਲਾ ਉਦਾਰ ਅਤੇ ਵਿਸ਼ਾਲ ਹੁੰਦਾ ਹੈ, ਜਦੋਂ ਕਿ ਥੋੜ੍ਹੇ ਗਿਆਨ ਵਾਲੇ ਅਧਿਆਪਕ ਦੇ ਸ਼ਬਦਾਂ ਵਿੱਚ ਚੋਬਾਂ ਹੁੰਦੀਆਂ ਹਨ। ਕਈ ਅਧਿਆਪਕਾਂ ਨਾਲ ਵਿਦਿਆਰਥੀ ਸਾਰਾ ਜੀਵਨ ਰਿਸ਼ਤਾ ਬਣਾਈ ਰੱਖਦੇ ਹਨ। ਮੈਨੂੰ ਉਹ ਅਧਿਆਪਕ ਕਦੇ ਨਹੀਂ ਭੁੱਲਦੇ ਜਿਨ੍ਹਾਂ ਨੇ ਆਪਣੀ ਪੁਰਾਣੀ ਡਿਕਸ਼ਨਰੀ ਮੈਨੂੰ ਦਿੱਤੀ ਸੀ ਅਤੇ ਵਿਸ਼ਵਕੋਸ਼ ਵੇਖਣਾ ਸਿਖਾਇਆ ਸੀ। ਸਮੁੱਚਾ ਵਿਦਿਆਰਥੀ ਜੀਵਨ ਚਿੰਤਾ ਅਤੇ ਲਾਪਰਵਾਹੀ ਦੋਹਾਂ ਨਾਲ ਰੰਗਿਆ ਹੋਣ ਕਰਕੇ ਯਾਦ ਰਹਿੰਦਾ ਹੈ। ਅਸੀਂ ਪੜ੍ਹਾਈ ਦੌਰਾਨ ਸਿੱਖੇ ਗਿਆਨ ਨੂੰ ਯਾਦ ਨਹੀਂ ਰੱਖਦੇ, ਯਾਦ ਰੱਖਦੇ ਹਾਂ ਆਪਣੀਆਂ ਸ਼ਰਾਰਤਾਂ ਅਤੇ ਮੂਰਖਤਾਵਾਂ। ਵਿਸ਼ਵ ਵਾਂਗ ਸਾਡੇ ਦੇਸ਼ ਵਿੱਚ ਵੀ ਵਿੱਦਿਆ ਪ੍ਰਾਪਤੀ ਦੇ 3 ਪੜਾਅ ਹਨ: ਸਕੂਲ, ਕਾਲਜ ਅਤੇ ਯੂਨੀਵਰਸਿਟੀ। ਇਹਨਾਂ ਤਿੰਨਾਂ ਦਾ ਯੋਗਦਾਨ ਵੱਖਰਾ ਵੱਖਰਾ ਹੁੰਦਾ ਹੈ। ਸਕੂਲ ਸਾਡੀ ਘਰ ਤੋਂ ਬਾਹਰਲੀ ਦੁਨੀਆ ਨਾਲ ਜਾਣ ਪਛਾਣ ਕਰਵਾਉਂਦਾ ਹੈ। ਮੁੱਢਲੇ ਕੁਝ ਦਿਨ ਬਾਲ ਰੋਂਦੇ ਪਿੱਟਦੇ ਸਕੂਲ ਜਾਂਦੇ ਹਨ, ਪਰ ਉਹ ਜਾਣ ਜਾਂਦੇ ਹਨ ਕਿ ਇੱਕ ਦਿਨ ਤਾਂ ਆਲਣਾ ਛੱਡਣਾ ਹੀ ਪੈਂਦਾ ਹੈ। ਸਕੂਲ ਵਿੱਚ ਕੁਝ ਵਿਸ਼ੇ ਪੜ੍ਹਾਏ ਜਾਂਦੇ ਹਨ, ਜਦੋਂ ਕਿ ਬਹੁਤੇ ਵਿਸ਼ੇ ਅਸੀਂ ਬਿਨਾਂ ਪੜ੍ਹਾਈ ਹੀ ਪੜ੍ਹ ਜਾਂਦੇ ਹਾਂ, ਜਿਵੇਂ ਲੜਨਾ ਕਿਵੇਂ ਹੈ, ਕਿਸੇ ਨੂੰ ਕੁੱਟਣਾ ਕਿਵੇਂ ਹੈ,
ਕਿਸੇ ਡੱਬੇ ਵਿੱਚੋਂ ਪਰੌਂਠੇ ਬਿਸਕੁਟ ਕਿਵੇਂ ਕੱਢਣੇ ਹਨ, ਝੂਠੇ ਸਿਰ ਦਰਦ ਅਤੇ ਫੋਕੀ ਢਿੱਡ ਪੀੜ ਦਾ ਬਹਾਨਾ ਕਿਵੇਂ ਲਾਉਣਾ ਹੈ। ਘਰ ਆ ਕੇ ਵਿਦਿਆਰਥੀ ਅਧਿਆਪਕਾਂ ਦੀਆਂ ਨਕਲਾਂ ਉਤਾਰਦੇ ਹਨ। ਸੱਚ ਤਾਂ ਇਹ ਹੈ ਕਿ ਮੁੱਢਲੀਆਂ ਕਲਾਸਾਂ ਵਿੱਚ ਅਸੀਂ ਸਭ ਕੁਝ ਸਿੱਖਦੇ ਆਪਣੀ ਜਮਾਤੀਆਂ ਤੋਂ ਹਾਂ, ਪਰ ਮਾਪੇ ਸ਼ਾਇਦ ਫੀਸ ਇਸ ਲਈ ਤਾਰਦੇ ਹਨ ਕਿਉਂਕਿ ਸਕੂਲ ਦੇ ਸਮੇਂ ਦੌਰਾਨ ਅਧਿਆਪਕ ਮਾਪਿਆਂ ਨੂੰ ਸਾਡੇ ਤੋਂ ਬਚਾ ਕੇ ਰੱਖਦੇ ਹਨ। ਛੇਵੀਂ, 7ਵੀਂ, 8ਵੀਂ ਤੱਕ ਪਿੱਛੇ ਉੱਤਰ ਵੇਖ ਕੇ ਪ੍ਰਸ਼ਨ ਹੱਲ ਕਰ ਰਹੇ ਅਤੇ ਕਿਸੇ ਦੀ ਕਾਪੀ ਵਿੱਚੋਂ ਲੇਖ ਨਕਲ ਕਰਨ ਦੀ ਜਾਂਚ ਆ ਜਾਂਦੀ ਹੈ। ਅਗਲੀਆਂ ਜਮਾਤਾਂ ਵਿੱਚ ਸਾਨੂੰ ਗੰਦੀਆਂ ਗੱਲਾਂ ਕਰਨੀਆਂ ਅਤੇ ਡਿਕਸ਼ਨਰੀ ਵਿੱਚੋਂ ਗੁਪਤ ਅੰਗਾਂ ਦੇ ਅਰਥ ਵੇਖਣੇ ਵੀ ਆ ਜਾਂਦੇ ਹਨ। ਸਕੂਲ ਵਿੱਚ ਕਲਾਸ ਇੰਚਾਰਜ ਜਾਂ ਮਾਨੀਟਰ ਸਮਝਣ ਲੱਗ ਪੈਂਦਾ ਹੈ ਕਿ ਇੱਕ ਦਿਨ ਉਹ ਮਹਾਨ ਵਿਅਕਤੀ ਬਣ ਜਾਵੇਗਾ। ਕਈ ਸਕੂਲ ਵਿੱਚ ਹੀ ਸਮਝਣ ਲੱਗ ਪੈਂਦੇ ਹਨ ਕਿ ਉਹਨਾਂ ਨੇ ਗਿਆਨ ਦੀ ਸਿਖਰ ਛੋਹ ਲਈ ਹੈ ਜਾਂ ਗਿਆਨ ਫਜ਼ੂਲ ਚੀਜ਼ ਹੈ, ਸੋ ਸਕੂਲ ਵਾਲੀ ਉਮਰ ਵਿੱਚ ਸਭ ਤੋਂ ਵੱਧ ਵਿਦਿਆਰਥੀ ਪੜ੍ਹਾਈ ਛੱਡਦੇ ਹਨ। ਸਕੂਲ ਵਿੱਚ ਸੋਹਣੀ ਲਿਖਾਈ ਨਾਲ ਪੜ੍ਹਾਈ ਸੌਖੀ ਹੋ ਜਾਂਦੀ ਹੈ। ਵੇਖਿਆ ਗਿਆ ਹੈ ਕਿ ਲਾਡ ਪਿਆਰ ਨਾਲ ਪਲਿਆ ਬੱਚਾ ਸਕੂਲ ਵਿੱਚ ਚੁਸਤ ਅਤੇ ਤਿੱਖਾ ਵਿਦਿਆਰਥੀ ਨਹੀਂ ਬਣਦਾ। ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ, ਪਰ ਵਿਦਿਆਰਥੀ ਅਧਿਆਪਕਾਂ ਦਾ ਚਰਿੱਤਰ ਪੜ੍ਹਦੇ ਹਨ। ਮਾਪਿਆਂ ਨੂੰ ਪੁੱਤਰਾਂ ਨਾਲੋਂ ਵੀ ਧੀਆਂ ਦੇ ਲਾਇਕ ਹੋਣ ਦੀ ਤਸੱਲੀ ਵਧੇਰੇ ਹੁੰਦੀ ਹੈ। ਫਰਾਂਸ ਵਿੱਚ ਸਾਰੇ ਸਕੂਲਾਂ ਦਾ ਖੁੱਲ੍ਹਣ ਬੰਦ ਹੋਣ ਦਾ ਸਮਾਂ, ਟਾਈਮ ਟੇਬਲ, ਸਿਲੇਬਸ ਅਤੇ ਅਧਿਆਪਕ ਦਾ ਪੱਧਰ ਇੱਕ ਹੈ। ਉੱਥੇ ਵਿਦਿਆਰਥੀ ਨੇੜੇ ਦੇ ਸਕੂਲ ਵਿੱਚ ਹੀ ਪੜ੍ਹਦੇ ਹਨ। ਟਾਈਮ ਟੇਬਲ ਇੱਕ ਹੋਣ ਕਰਕੇ ਟੈਲੀਵਿਜ਼ਨ ਵੀ ਅਧਿਆਪਕ ਦਾ ਰੋਲ ਅਦਾ ਕਰਦਾ ਹੈ। ਉੱਥੇ ਕੋਈ ਜਿਤਨੀਆਂ ਵੱਧ ਭਾਸ਼ਾਵਾਂ ਜਾਣਦਾ ਹੁੰਦਾ ਹੈ, ਉਹ ਉਤਨਾ ਵਧੇਰੇ ਲਾਇਕ ਹੁੰਦਾ ਹੈ। ਯੂਰਪ ਵਿੱਚ 3 ਭਾਸ਼ਾਵਾਂ ਪੜ੍ਹਾਉਣ ਦਾ ਰਿਵਾਜ ਹੈ। ਉਦਾਹਰਨ ਵਜੋਂ ਫਰਾਂਸ ਵਿੱਚ ਬੱਚੇ ਭਾਸ਼ਾ ਬੋਲਣ ਦੇ ਅਭਿਆਸ ਵਜੋਂ ਮਾਪਿਆਂ ਨਾਲ ਮਾਤ ਭਾਸ਼ਾ ਬੋਲਦੇ ਹਨ। ਜਰਮਨ ਨੌਕਰਾਂ ਨਾਲ ਜਰਮਨ ਭਾਸ਼ਾ ਬੋਲਦੇ ਹਨ ਅਤੇ ਅੰਗਰੇਜ਼ੀ ਆਇਆ ਨਾਲ ਅੰਗਰੇਜ਼ੀ ਬੋਲਦੇ ਹਨ। ਨੌਕਰਾਂ ਨੂੰ ਇਸੇ ਆਧਾਰ ਤੇ ਚੁਣਿਆ ਜਾਂਦਾ ਹੈ। ਕਾਲਜ ਉਸ ਥਾਂ ਨੂੰ ਕਹਿੰਦੇ ਹਨ ਜਿੱਥੇ ਸਾਨੂੰ ਪਰ ਲੱਗਦੇ ਹਨ ਅਤੇ ਸਾਡਾ ਭੋਲਾਪਨ ਗੁਆਚ ਜਾਂਦਾ ਹੈ। ਇੱਥੇ ਸਾਊ ਚਲਾਕ ਬਣਨ ਦੀ ਅਤੇ ਚਲਾਕ ਸਾਊ ਵਿਖਾਈ ਦੇਣ ਦੀ ਸਿਖਲਾਈ ਲੈਂਦੇ ਹਨ। ਇੱਥੇ ਹੀ ਹਰ ਕਿਸੇ ਨੂੰ ਆਪਣੀ ਸ਼ਕਲ ਵਿਗਾੜਨ ਦਾ ਸ਼ੌਂਕ ਜਾਗਦਾ ਹੈ, ਜਿਸ ਕਾਰਨ ਪੜ੍ਹਨ ਦਾ ਸਮਾਂ ਘੱਟਦਾ ਜਾਂਦਾ ਹੈ ਅਤੇ ਹੋਰ ਕੰਮਾਂ ਲਈ ਸਮਾਂ ਵੱਧਦਾ ਜਾਂਦਾ ਹੈ। ਵਿਦਿਆਰਥੀ ਜਾਣ ਕੇ ਨਿਰਾਸ਼ ਹੁੰਦੇ ਹਨ ਕਿ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਇਲਾਵਾ ਕੁਝ ਵੀ ਨਹੀਂ ਆਉਂਦਾ। ਇਸੇ ਕਾਰਨ ਵਿਦਿਆਰਥੀ ਕਦੇ ਵੀ ਪੜ੍ਹਾਈ ਸੰਬੰਧੀ ਕੋਈ ਮੰਗ ਨਹੀਂ ਕਰਦੇ। ਉਹ ਪੁੱਛਦੇ ਹਨ ਕਿ ਕਲਾਸ ਕੰਟੀਨ ਵਿੱਚ ਕਿਉਂ ਨਹੀਂ ਲੱਗਦੀ ਜਾਂ ਕਲਾਸ ਵਿੱਚ ਕੰਟੀਨ ਕਿਉਂ ਨਹੀਂ ਬਣ ਸਕਦੀ। ਵਿਦਿਆਰਥੀਆਂ ਕੋਲ ਸਮੇਂ ਦੀ ਘਾਟ ਹੁੰਦੀ ਹੈ ਕਿਉਂਕਿ 4-5 ਘੰਟਿਆਂ ਵਿੱਚ ਹੀ ਅਨੀਤਾ ਨਾਲ ਲਾਇਬ੍ਰੇਰੀ ਵਿੱਚ ਗੱਲ ਵੀ ਕਰਨੀ ਹੁੰਦੀ ਹੈ ਅਤੇ ਗੀਤਾ ਨੂੰ ਕੰਟੀਨ ਕੋਲ ਚਿੱਠੀ ਵੀ ਦੇਣੀ ਹੁੰਦੀ ਹੈ। ਫੀਸ ਵੀ ਭਰਨੀ ਹੈ ਅਤੇ ਨਾਅਰੇ ਵੀ ਲਾਉਣੇ ਹੁੰਦੇ ਹਨ। ਜੇ ਬਬਲੀ ਕਲਾਸ ਲਾਵੇ ਤਾਂ ਕਲਾਸ ਵੀ ਲਾਉਣੀ ਪੈ ਜਾਂਦੀ ਹੈ। ਕਾਲਜ ਵਿੱਚ ਦੋਸਤਾਂ ਦਾ ਘੇਰਾ ਬੜਾ ਵਿਸ਼ਾਲ ਹੁੰਦਾ ਹੈ। ਦੋਸਤੀ ਉਹ ਜਿਹੜੀ ਇਮਤਿਹਾਨ ਵਿੱਚ ਕੰਮ ਆਵੇ। ਹਰ ਵਿੱਦਿਅਕ ਸੈਸ਼ਨ ਵਿੱਚ ਫਸਲੀ ਚੱਕਰ ਵਾਂਗ ਵਿਦਿਆਰਥੀ ਮੰਗਾਂ ਰੱਖਦੇ ਹਨ ਅਤੇ ਕਹਿੰਦੇ ਹਨ, ਸਾਡੀਆਂ ਮੰਗਾਂ ਮੰਨੋ, ਜਦੋਂ ਕਿ ਬਹੁਤੇ ਕਹਿੰਦੇ ਹਨ, ਨਾ ਮੰਨੋ ਤਾਂ ਹੋਰ ਵੀ ਚੰਗਾ ਹੈ। ਸਭ ਤੋਂ ਸੁਹਾਵਣਾ ਸਮਾਂ ਖੇਡ ਮੁਕਾਬਲਿਆਂ ਵਾਲੇ ਜਾਂ ਯੂਥ ਫੈਸਟੀਵਲ ਵਾਲੇ ਦਿਨ ਹੁੰਦੇ ਹਨ, ਜਦੋਂ ਲੜਨ ਭਿੜਨ ਦਾ ਹੁਨਰ ਪੂਰੇ ਜੋਨ ਵਿੱਚ ਚਮਕਦਾ ਹੈ। ਕਾਲਜ ਵਿਚਲੇ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਦੇ ਨਾਂ ਨਹੀਂ, ਚਿਹਰੇ ਯਾਦ ਰਹਿੰਦੇ ਹਨ ਅਤੇ ਯਾਦ ਵੀ ਉਹ ਰਹਿੰਦੇ ਹਨ ਜਿਹੜੇ ਬਹੁਤ ਲਾਇਕ ਹੋਣ ਜਾਂ ਬਹੁਤ ਨਲਾਇਕ ਹੋਣ ਜਾਂ ਉਹਨਾਂ ਵਿੱਚ ਕੋਈ ਉਗੜਵਾਂ ਗੁਣ ਔਗਣ ਹੋਵੇ। ਇੱਕ ਵਾਰੀ ਮੇਰੇ ਪਿਆਰੇ ਅਧਿਆਪਕ ਲੰਮੇ ਅਰਸੇ ਮਗਰੋਂ ਜਦੋਂ ਮਿਲੇ ਤਾਂ ਕਹਿਣ ਲੱਗੇ, ਤੇਰਾ ਨਾਂ ਮੈਨੂੰ ਯਾਦ ਨਹੀਂ ਆ ਰਿਹਾ, ਪਰ ਤੇਰੀਆਂ ਕਰਤੂਤਾਂ ਮੈਨੂੰ ਯਾਦ ਹਨ। ਯੂਨੀਵਰਸਿਟੀ ਵਿੱਚ ਕੁਝ ਪੜ੍ਹਨ ਆਉਂਦੇ ਹਨ, ਬਾਕੀ ਘੁੰਮਣ ਆਉਂਦੇ ਹਨ। ਹਰ ਸਾਲ ਪ੍ਰੋਫੈਸਰ ਆਸ ਲਾਉਂਦੇ ਹਨ ਸ਼ਾਇਦ ਅਗਲੇ ਸਾਲ ਵਿਦਿਆਰਥੀਆਂ ਦੀ ਚੰਗੀ ਫਸਲ ਆਵੇ। ਦਾਖਲਿਆਂ ਦੌਰਾਨ ਬੜੀ ਰੌਣਕ ਹੁੰਦੀ ਹੈ। ਹਰ ਇੱਕ ਦਾਖਲ ਹੋਣ ਵਾਲੇ ਨਾਲ ਕਈ ਦਾਖਲ ਕਰਾਉਣ ਵਾਲੇ ਆਉਂਦੇ ਹਨ, ਸੋ ਬਹੁਤੀ ਰੌਣਕ ਦਾਖਲ ਹੋਣ ਵਾਲਿਆਂ ਦੀ ਘਬਰਾਹਟ ਕਾਰਨ ਹੁੰਦੀ ਹੈ। ਦਾਖਲ ਹੋਣ ਵੇਲੇ ਹਰ ਵਿਦਿਆਰਥੀ ਦੱਸਦਾ ਹੈ, ਮੇਰੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਅਤੇ ਮੇਰੀਆਂ ਬਾਕੀ ਆਦਤਾਂ ਵੀ ਠੀਕ ਹਨ। ਮਗਰੋਂ ਪਤਾ ਲੱਗਦਾ ਹੈ ਕਿ ਉਸਦੀ ਪੜ੍ਹਨ ਤੋਂ ਸਿਵਾਏ ਹਰ ਚੀਜ਼ ਵਿੱਚ ਦਿਲਚਸਪੀ ਹੈ।
ਕਲਾਸਾਂ ਛੋਟੀਆਂ ਹੁੰਦੀਆਂ ਹਨ, ਮੇਲ ਜੋਲ ਖੁੱਲ੍ਹਾ ਹੁੰਦਾ ਹੈ, ਸੋ ਕੁਝ ਦਿਨਾਂ ਵਿੱਚ ਹੀ ਜੋੜੀਆਂ ਸੱਜ ਜਾਂਦੀਆਂ ਹਨ। ਕਲਾਸ ਵਿੱਚ ਵਿਦਿਆਰਥੀ 16 ਹੁੰਦੇ ਹਨ ਅਤੇ ਧੜੇ 18 ਬਣ ਜਾਂਦੇ ਹਨ। ਇਵੇਂ ਹਰੇਕ ਵਿਦਿਆਰਥੀ ਸੁਤੰਤਰ ਸ਼ਖਸੀਅਤ ਹੋਣ ਦਾ ਪ੍ਰਮਾਣ ਦਿੰਦਾ ਹੈ। ਭਾਂਤ ਭਾਂਤ ਦੇ ਤਰਕ ਅਤੇ ਵਿਚਾਰ ਉੱਭਰਦੇ ਹਨ। ਜਦੋਂ ਮੈਂ ਕਾਨੂੰਨ ਦਾ ਵਿਦਿਆਰਥੀ ਸਾਂ ਤਾਂ ਕਲਾਸ ਵਿੱਚ 90 ਵਿਦਿਆਰਥੀ ਸਨ, ਪਰ ਕਲਾਸਰੂਮ ਵਿੱਚ ਕੁਰਸੀਆਂ 35 ਸਨ। ਕਾਰਨ ਇਹ ਦੱਸਿਆ ਗਿਆ ਸੀ ਕਿ ਕਲਾਸ ਲਾਉਣ ਵਾਲੇ ਵਿਦਿਆਰਥੀ ਚੰਗੇ ਵਕੀਲ ਨਹੀਂ ਬਣਦੇ। ਕਈ ਪ੍ਰੋਫੈਸਰ ਖਬਰਾਂ ਦੇ ਬੁਲੇਟਿਨ ਵਾਂਗ ਬੋਲੀ ਹੀ ਜਾਂਦੇ ਹਨ। ਵਿਦਿਆਰਥੀ ਉਹਨਾਂ ਅਧਿਆਪਕਾਂ ਨੂੰ ਜਾਣ ਜਾਂਦੇ ਹਨ ਜਿਹੜੇ ਪੜ੍ਹਾਉਂਦੇ ਹਨ, ਬਾਕੀ ਕੇਵਲ ਨੁਸਖੇ ਹੀ ਦੱਸਦੇ ਹਨ। ਹਰ ਕਲਾਸ ਵਿੱਚ ਇੱਕ ਅੰਕਲ ਵਿਦਿਆਰਥੀ ਹੁੰਦਾ ਹੈ ਜਿਸ ਤੋਂ ਲੜਕੀਆਂ ਨਿੱਕੇ ਮੋਟੇ ਕੰਮ ਕਰਵਾਉਂਦੀਆਂ ਹਨ। ਇਵੇਂ ਹੀ ਹਰ ਕਲਾਸ ਵਿੱਚ ਇੱਕ ਆਂਟੀ ਵਿਦਿਆਰਥਣ ਹੁੰਦੀ ਹੈ ਜਿਹੜੀ ਹੋਰ ਵਿਦਿਆਰਥੀਆਂ ਨੂੰ ਬੱਚੇ ਹੀ ਸਮਝਦੀ ਹੈ। ਕਈ ਲੋਹਾ ਹੁੰਦੇ ਹਨ, ਡਿਗਰੀਆਂ ਬੜੀਆਂ ਲੈਂਦੇ ਹਨ ਪਰ ਸੋਨਾ ਨਹੀਂ ਬਣਦੇ। ਕਈ ਖਾਨਦਾਨੀ ਵਿਦਿਆਰਥੀ ਹੁੰਦੇ ਹਨ, ਉਹ ਕਲਾਸਾਂ ਬਦਲ ਕੇ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਚਲਾਉਂਦੇ ਹਨ। ਹੋਸਟਲਾਂ ਦੀ ਰਾਜਨੀਤੀ ਵਿੱਚੋਂ ਉਹ ਮੋਢੇ ਉੱਭਰਦੇ ਹਨ ਜਿਹੜੇ ਮਗਰੋਂ ਸਮੁੱਚੇ ਅਤੇ ਵਿਸ਼ਾਲ ਦੇਸ਼ ਦਾ ਬੋਝ ਚੁੱਕਦੇ ਹਨ। ਹੋਸਟਲ ਵਿੱਚ ਹਰ ਭਾਂਤ ਦਾ ਮਾਹਿਰ ਅਤੇ ਨਮੂਨਾ ਮਿਲ ਜਾਂਦਾ ਹੈ। ਲੜਨ ਦੇ ਮਾਹਿਰਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਕੁੱਟ ਖਾ ਕੇ ਗਏ ਹਨ ਉਹ ਕੱਲ੍ਹ ਰਾਤ ਨੂੰ ਮੁੜ ਕੇ ਆਉਣਗੇ ਅਤੇ ਜਿਹੜੇ ਚੁੱਪ ਕਰਕੇ ਚਲੇ ਗਏ ਹਨ ਉਹ ਪਰਸੋਂ ਪਰਤਣਗੇ ਅਤੇ ਵੱਡਾ ਹਮਲਾ ਕਰਨਗੇ। ਹਰ ਯੂਨੀਵਰਸਿਟੀ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਅਜਿਹੀਆਂ ਟਾਹਣੀਆਂ ਹੁੰਦੀਆਂ ਹਨ ਜਿਹੜੀਆਂ ਯੂਨੀਵਰਸਿਟੀ ਨੂੰ ਅਖਬਾਰਾਂ ਵਿੱਚੋਂ ਗੈਰ ਹਾਜ਼ਰ ਨਹੀਂ ਹੋਣ ਦਿੰਦੀਆਂ। ਸਾਡੇ ਦੇਸ਼ ਵਿੱਚ ਸਾਡੀਆਂ ਵੱਡੀਆਂ ਯੂਨੀਵਰਸਿਟੀਆਂ ਦੇਸ਼ ਦੇ ਲੋਕਤੰਤਰ ਦਾ ਨਮੂਨਾ ਪੇਸ਼ ਕਰਦੀਆਂ ਹਨ, ਜਿਨ੍ਹਾਂ ਵਿੱਚ ਕਦੇ ਕੋਈ ਨਵਾਂ ਵਿਚਾਰ ਵੀ ਉਪਜ ਪੈਂਦਾ ਹੈ, ਪਰ ਵਿਰੋਧ ਬਰਦਾਸ਼ਤ ਕਰਨਾ ਅਜੇ ਅਸੀਂ ਸਿੱਖ ਨਹੀਂ ਸਕੇ। ਸੋਚਣ ਬੋਲਣ ਦੀ ਸੁਤੰਤਰਤਾ ਹੀ ਕਿਸੇ ਯੂਨੀਵਰਸਿਟੀ ਦੀ ਪਛਾਣ ਉਸਰਦੀ ਹੈ। ਯੂਨੀਵਰਸਿਟੀ ਵਿੱਚ ਜੇ ਵਿਰੋਧੀ ਵਿਚਾਰਾਂ ਨੂੰ ਪ੍ਰਗਟਾਉਣ ਦੀ ਸੁਤੰਤਰਤਾ ਨਾ ਹੋਵੇ ਤਾਂ ਇਹ ਇੱਕ ਵੱਡਾ ਕਾਲਜ ਹੀ ਪ੍ਰਤੀਤ ਹੁੰਦਾ ਹੈ। ਆਕਸਫੋਰਡ, ਪੈਰਿਸ ਅਤੇ ਹਾਰਵਰਡ ਆਦਿ ਸੰਸਾਰ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਯੋਗ ਅਧਿਆਪਕਾਂ ਦੀ ਭਰਤੀ ਅਤੇ ਲਾਇਕ ਵਿਦਿਆਰਥੀਆਂ ਦੀ ਚੋਣ, ਭਾਵੇਂ ਉਹ ਕਿਸੇ ਵੀ ਵਿਚਾਰਧਾਰਾ ਜਾਂ ਕਿਸੇ ਵੀ ਦੇਸ਼ ਦੇ ਹੋਣ, ਨਿਰਪੱਖਤਾ ਨਾਲ ਕੀਤੀ ਜਾਣ ਕਰਕੇ ਇਹਨਾਂ ਯੂਨੀਵਰਸਿਟੀਆਂ ਨੂੰ ਵਿਸ਼ਵ ਪੱਧਰ ਦੇ ਮਾਡਲ ਮੰਨਿਆ ਜਾਂਦਾ ਹੈ। ਯੂਨੀਵਰਸਿਟੀ ਵਿੱਚ ਜਿਤਨੀਆਂ ਵੱਖ-ਵੱਖ ਸੋਚਾਂ ਹੋਣਗੀਆਂ ਉਤਨੀ ਹੀ ਉਹ ਯੂਨੀਵਰਸਿਟੀ ਬਲਵਾਨ ਹੋਵੇਗੀ। ਵਿੱਦਿਆ ਪ੍ਰਾਪਤੀ ਲਈ ਵਿਦਿਆਰਥੀ ਹੋਣਾ ਜੀਵਨ ਦਾ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ, ਕਿਉਂਕਿ ਅਸੀਂ ਆਪਣੇ ਜੀਵਨ ਦਾ ਲਗਭਗ 1/3 ਭਾਗ ਇਸ 'ਤੇ ਲੇਖੇ ਲਾ ਦਿੰਦੇ ਹਾਂ। ਪਹਿਲਾਂ ਪੜ੍ਹਾਈ ਜੀਵਨ ਦੀ ਤਿਆਰੀ ਸਮਝੀ ਜਾਂਦੀ ਹੈ, ਹੁਣ ਪੜ੍ਹਾਈ ਨੂੰ ਹੀ ਜੀਵਨ ਸਮਝਿਆ ਜਾਂਦਾ ਹੈ। ਸਾਡੇ ਵਿਦਿਆਰਥੀ ਜੀਵਨ ਵਿੱਚ ਜੋ ਕੁਝ ਵਾਪਰਦਾ ਹੈ ਉਸ ਦੀਆਂ ਅਸੀਂ ਜੀਵਨ ਭਰ ਗੱਲਾਂ ਕਰਦੇ ਹਾਂ। ਅਨਪੜ੍ਹਾਂ ਅਤੇ ਅਨਪੜ੍ਹਤਾ ਦਾ ਯੁੱਗ ਲੰਘ ਗਿਆ ਹੈ। ਭਵਿੱਖ ਦੀਆਂ ਸੱਭਿਅਤਾਵਾਂ ਗਿਆਨ ਦੀਆਂ ਸੱਭਿਅਤਾਵਾਂ ਹੋਣਗੀਆਂ। ਧੰਨਵਾਦ।